ਹੁਣ ਤੱਕ ਤੁਸੀਂ ਪੜ੍ਹਿਆ ਕਿ ਅੰਕਲ ਜੀ ਮੈਨੂੰ ਕਹਿਣ ਲੱਗੇ ਕਿ ਮੇਰੇ ਘਰ ਚੱਲ ਕੇ ਆਪੇ ਦੇਖ ਲੈ। ਅਗਲੇ ਦਿਨ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਛੋਟੀਆਂ-ਛੋਟੀਆਂ ਗਲੀਆਂ ਤੇ ਪੁਰਾਣਾ ਇਲਾਕਾ ਸੀ। ਗਲੀ ਵਿੱਚ 4-5 ਮਕਾਨਾਂ ਤੋਂ ਬਾਅਦ ਰਸਤਾ ਬੰਦ ਸੀ। ਆਖਰੀ ਮਕਾਨ ਅੰਕਲ ਦਾ ਘਰ ਸੀ। ਉਸ ਦਾ ਦਰਵਾਜ਼ਾ ਇੱਕ ਹਲਕੇ ਜਿਹੇ ਹੱਥ ਲਗਾਉਣ ਨਾਲ ਹੀ ਖੁੱਲ੍ਹ ਗਿਆ ਸੀ। ਫਿਰ ਅਸੀਂ ਅੰਦਰ ਚਲੇ ਗਏ। ਅੰਦਰ ਜਾਂਦੇ ਹੀ ਇੱਕ ਵੱਡਾ ਸਾਰਾ ਵਿਹੜਾ ਸੀ ਤੇ ਸਾਹਮਣੇ 2 ਕਮਰੇ ਸਨ। ਵਿਹੜੇ ਵਿੱਚ ਲੱਗੇ ਬੂਟੇ ਸੁੱਕ ਚੁੱਕੇ ਸਨ। ਹਰ ਚੀਜ਼ ਪਰ ਮਿੱਟੀ ਧੂੜ ਜੰਮੀ ਹੋਈ ਸੀ। ਵਿਹੜੇ ਦੇ ਇੱਕ ਪਾਸੇ ਕਬਰ ਦੇਖ ਕੇ ਮੈਂ ਤੇ ਮੇਰਾ ਪਤੀ ਹੈਰਾਨ ਰਹਿ ਗਏ। ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ। ਇੱਕ ਚਾਰਪਾਈ ਕਬਰ ਦੇ ਕੋਲ ਪਈ ਸੀ ਜੋ ਕਿ ਸ਼ਾਇਦ ਅੰਕਲ ਦੀ ਹੋਵੇ। ਕੋਲ ਹੀ ਇੱਕ ਮਿੱਟੀ ਦਾ ਘੜਾ ਪਿਆ ਸੀ ਤੇ ਉਸ 'ਤੇ ਇੱਕ ਸਟੀਲ ਦਾ ਗਲਾਸ ਮੁੱਦਾ ਮਾਰਿਆ ਹੋਇਆ ਸੀ। ਅੰਕਲ ਸਭ ਤੋਂ ਪਹਿਲਾਂ ਉਸ ਕਬਰ ਕੋਲ ਗਏ। ਅਮਰਕੁਰ, ਦੇਖ ਤਾਂ ਸਹੀ ਕੌਣ ਆਇਆ। ਤੈਨੂੰ ਦੱਸਿਆ ਤਾਂ ਸਹੀ ਕਿ ਬੇਟੀ ਆਉਣ ਦੀ ਜਿੱਦ ਕਰ ਰਹੀ ਹੈ। ਬਹਾਨਾ ਬਣਾ ਕੇ ਤੁਹਾਡੇ ਬਾਰੇ ਪੁੱਛਦੀ ਰਹਿੰਦੀ ਹੈ, ਤਾਂ ਹੀ ਮੈਂ ਇਸ ਨੂੰ ਨਾਲ ਲੈ ਕੇ ਆਇਆ। ਮੇਰੇ ਤਾਂ ਕਦਮ ਜਿਵੇਂ ਉੱਥੇ ਹੀ ਰੁਕ ਗਏ ਸਨ। ਮੇਰੇ ਪਤੀ ਦੀ ਹਾਲਤ ਵੀ ਇਹੋ ਜਿਹੀ ਹੀ ਸੀ। ਫਿਰ ਉਹਨਾਂ ਨੇ ਆਪਣੀ ਜੇਬ ਵਿੱਚੋਂ ਅਗਰਬੱਤੀ ਕੱਢੀ ਤੇ ਮਾਚਿਸ ਜਲਾ ਕੇ ਉੱਥੇ ਰੱਖ ਦਿੱਤੀ। ਫਿਰ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਸਾਨੂੰ ਕਹਿਣ ਲੱਗੇ ਕਿ ਤੁਸੀਂ ਪਿੱਛੇ ਕਿਉਂ ਖੜ੍ਹੇ ਹੋ? ਤੂੰ ਹਮੇਸ਼ਾ ਪੁੱਛਦੀ ਹੁੰਦੀ ਸੀ ਨਾ ਕਿ 10 ਰੁਪਏ ਦਾ ਤੁਸੀਂ ਕੀ ਕਰਦੇ ਹੋ। ਅਮਰ ਕੌਰ ਨੂੰ ਅਗਰਬੱਤੀ ਦੀ ਖੁਸ਼ਬੂ ਬਹੁਤ ਪਸੰਦ ਹੈ, ਇਸ ਲਈ ਮੈਂ ਇਹਦੇ ਲਈ ਲੈ ਕੇ ਆਉਂਦਾ ਹਾਂ। ਖੁਸ਼ ਹੋ ਜਾਂਦੀ ਹੈ ਵਿਚਾਰੀ। ਚੱਲ ਹੁਣ ਮੈਂ ਤੈਨੂੰ ਆਪਣੀ ਨੂੰਹ ਨਾਲ ਮਿਲਾਉਂਦਾ ਹਾਂ। ਇਹ ਕਹਿ ਕੇ ਉਹ ਮੇਰੇ ਕੋਲ ਆਏ ਤੇ ਮੇਰਾ ਹੱਥ ਫੜ ਕੇ ਆਪਣੇ ਬਾਵਰਚੀ ਖਾਨੇ ਵਿੱਚ ਲੈ ਗਏ। ਉੱਥੋਂ ਦੇ ਹਾਲਾਤ ਵੀ ਬਾਕੀ ਘਰ ਜਿਹੇ ਹੀ ਸਨ। ਉੱਥੇ ਕੋਈ ਨਹੀਂ ਸੀ। ਕੁਝ ਭਾਂਡੇ ਪਏ ਸੀ ਤੇ ਉਹਨਾਂ 'ਤੇ ਮਿੱਟੀ ਪਈ ਹੋਈ ਸੀ। ਮੈਨੂੰ ਲੱਗਿਆ ਕਿ ਉਹਨਾਂ ਦੀ ਫੈਮਿਲੀ ਸ਼ਾਇਦ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਈ ਹੋਵੇਗੀ। ਸਾਰੇ ਸ਼ਾਇਦ ਦੁਨੀਆ ਛੱਡ ਚੁੱਕੇ ਹਨ, ਇਸੇ ਲਈ ਬਿਨਾਂ ਸੈਲਰੀ ਤੋਂ ਕੰਮ ਕਰ ਰਹੇ ਹਨ। ਫਿਰ ਉਹ ਮੈਨੂੰ ਤੇ ਮੇਰੇ ਪਤੀ ਨੂੰ ਆਪਣੇ ਬੇਟੇ ਦੇ ਕਮਰੇ ਵਿੱਚ ਲੈ ਗਏ। ਹਾਲਾਂਕਿ ਕਮਰੇ ਵਿੱਚ ਕੋਈ ਨਹੀਂ ਸੀ, ਪਰ ਕਮਰੇ ਵਿੱਚ ਲੱਗੀ ਹੋਈ ਤਸਵੀਰ ਦੇਖ ਕੇ ਮੇਰੇ ਤੇ ਮੇਰੇ ਪਤੀ ਦੇ ਹੋਸ਼ ਉੱਡ ਗਏ। ਹੈਰਾਨ ਹੁੰਦੇ ਹੋਏ ਅਸੀਂ ਅੰਕਲ ਵੱਲ ਦੇਖਿਆ। ਤਸਵੀਰ ਵਿੱਚ ਅੰਕਲ ਜੀ ਆਪਣੇ ਬਹੂ ਬੇਟੇ ਨਾਲ ਮੁਸਕਰਾਉਂਦੇ ਹੋਏ ਖੜ੍ਹੇ ਸੀ। ਬੇਟਾ 21-22 ਸਾਲ ਦਾ ਜਵਾਨ ਲੱਗ ਰਿਹਾ ਸੀ ਤੇ ਨੂੰਹ 19 ਜਾਂ 20 ਸਾਲ ਦੀ ਲੱਗ ਰਹੀ ਸੀ। ਮੇਰੇ ਪਤੀ ਨੇ ਤਸਵੀਰ ਵਿੱਚ ਬੇਟੇ ਦੀ ਤਰਫ ਉਂਗਲੀ ਉਠਾ ਕੇ ਕਿਹਾ ਕਿ ਇਹ ਤਾਂ ਮੇਰੇ ਬੌਸ ਹਨ। ਆਪਣੇ ਪਤੀ ਦੀ ਇਹ ਗੱਲ ਸੁਣ ਕੇ ਮੈਂ ਸੁੰਨ ਹੋ ਗਈ। ਅੱਜ ਤੱਕ ਮੈਂ ਉਹਨਾਂ ਦੇ ਬੌਸ ਨੂੰ ਨਹੀਂ ਦੇਖਿਆ ਸੀ, ਸਿਰਫ ਉਹਨਾਂ ਦੀਆਂ ਗੱਲਾਂ ਹੀ ਸੁਣੀਆਂ ਸਨ। ਅੰਕਲ ਜੀ, ਤੁਸੀਂ ਮੇਰੇ ਬੌਸ ਦੇ ਪਿਤਾ ਜੀ ਹੋ? ਮੇਰੇ ਪਤੀ ਦੀ ਆਵਾਜ਼ ਹੈਰਤ ਦੇ ਮਾਰੇ ਕੰਬ ਰਹੀ ਸੀ। ਅੰਕਲ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ। ਅੰਕਲ ਕਹਿਣ ਲੱਗੇ, ਨਹੀਂ ਪੁੱਤ, ਮੈਂ ਤਾਂ ਉਸਦਾ ਨੌਕਰ ਹਾਂ। ਇਹ ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੇ। ਮੇਰੇ ਪਤੀ ਨੇ ਅੱਗੇ ਹੋ ਕੇ ਉਹਨਾਂ ਨੂੰ ਗਲੇ ਲਗਾ ਲਿਆ। ਇਹ ਸੁਣ ਕੇ ਮੇਰੀਆਂ ਅੱਖਾਂ 'ਚੋਂ ਵੀ ਹੰਝੂ ਵਗਣ ਲੱਗੇ। ਮੇਰਾ ਘਰ-ਬਾਰ, ਮੇਰਾ ਸਭ ਕੁਝ ਬਰਬਾਦ ਹੋ ਗਿਆ ਪੁੱਤ। ਮੈਂ ਤਾਂ ਇਹ ਨਹੀਂ ਸਮਝ ਸਕਿਆ ਕਿ ਮੇਰਾ ਕਸੂਰ ਕੀ ਸੀ। ਮੈਂ ਤਾਂ ਹਮੇਸ਼ਾ ਆਪਣੇ ਮਾਂ-ਬਾਪ ਦੀ ਸੇਵਾ ਕੀਤੀ ਸੀ। ਆਪਣੇ ਪੁੱਤ ਨੂੰ ਕਾਬਲ ਬਣਾਉਣ ਲਈ ਤੇ ਉਸਦੀ ਹਰ ਇੱਛਾ ਪੂਰੀ ਕਰਨ ਲਈ ਆਪਣੇ ਦਿਨ-ਰਾਤ ਇੱਕ ਕਰ ਦਿੱਤੇ ਸੀ। ਉਸਦੇ ਖਾਤਰ ਮੈਂ ਆਪਣੀ ਨੀਂਦ, ਚੈਨ ਸਭ ਛੱਡ ਦਿੱਤਾ ਸੀ। ਸ਼ੁਰੂ ਤੋਂ ਹੀ ਮੇਰੇ ਸਾਹਬ ਦੇ ਘਰ ਦਾ ਨੌਕਰ ਸੀ। ਉਸ ਵਕਤ ਮੈਨੂੰ ਰੋਜ਼ 10 ਰੁਪਏ ਮਿਲਦੇ ਸੀ। ਉਸ ਨਾਲ ਮੇਰਾ ਘਰ ਵਧੀਆ ਚੱਲ ਰਿਹਾ ਸੀ। ਹੈਰੀ ਛੋਟਾ ਸੀ। ਮੇਰੀ ਘਰਵਾਲੀ ਮੇਰੇ ਮਾਂ-ਬਾਪ ਦੀ ਸੇਵਾ ਕਰਦੀ। ਸ਼ਾਮ ਨੂੰ 8 ਵਜੇ ਮੈਂ ਘਰ ਪਹੁੰਚਦਾ ਸੀ। ਘਰ ਆ ਕੇ ਆਪਣੇ ਪਿਤਾ ਦੀਆਂ ਲੱਤਾਂ ਘੁੱਟਦਾ ਤੇ ਮਾਂ ਦੇ ਦੁੱਖ-ਸੁੱਖ ਸੁਣਦਾ। ਫਿਰ ਕਿਤੇ ਘਰਵਾਲੀ ਕੋਲ ਜਾਣ ਦੀ ਵਾਰੀ ਆਉਂਦੀ ਸੀ। ਇਹੀ 1-2 ਘੰਟੇ ਦੀ ਸਾਡੀ ਜ਼ਿੰਦਗੀ ਸੀ। ਹੈਰੀ ਦੇ ਜਨਮ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਬਦਲ ਲਈ ਸੀ। ਅਸੀਂ ਸੋਚਦੇ ਸੀ ਕਿ ਅਸੀਂ ਤਾਂ ਗਰੀਬ ਹਾਂ, ਪਰ ਜੇ ਮੁੰਡਾ ਪੜ੍ਹ ਲਿਖ ਜਾਵੇਗਾ ਤਾਂ ਸਾਡੇ ਵੀ ਦਿਨ ਬਦਲ ਜਾਣਗੇ। ਦਿਨ ਲੰਘਦੇ ਗਏ। ਮੇਰੇ ਮਾਂ-ਬਾਪ ਵੀ ਇੱਕ ਤੋਂ ਬਾਅਦ ਇੱਕ ਇਸ ਦੁਨੀਆ ਤੋਂ ਚਲੇ ਗਏ। ਕਦ ਅਮਰਕੁਰ ਨੇ ਮੇਰੀ ਮਾਂ ਦੀ ਜਗ੍ਹਾ ਲੈ ਲਈ, ਕੁਝ ਪਤਾ ਹੀ ਨਹੀਂ ਲੱਗਿਆ। ਆਪਣੀ ਖੂਬਸੂਰਤ ਪਰਵਰਿਸ਼ ਅਤੇ ਖਵਾਇਸ਼ਾਂ ਨੂੰ ਪੂਰਾ ਕਰਦੇ ਕਰਦੇ ਕਦੋਂ ਬੁਢਾਪੇ ਦੀ ਦਹਿਲੀਜ਼ 'ਤੇ ਆ ਗਏ, ਕੁਝ ਪਤਾ ਹੀ ਨਹੀਂ ਲੱਗਿਆ। ਹੈਰੀ ਹੁਣ ਨੌਕਰੀ 'ਤੇ ਲੱਗ ਚੁੱਕਿਆ ਸੀ। ਮੈਂ ਆਪਣੇ ਸੇਠ ਨੂੰ ਕਹਿ ਕੇ ਉਸ ਨੂੰ ਉਸਦੇ ਆਫਿਸ ਵਿੱਚ ਹੀ ਲਗਵਾ ਦਿੱਤਾ ਸੀ। ਉਹ ਮੇਰੀ ਗੱਲ ਮੰਨ ਗਏ ਕਿਉਂਕਿ ਮੈਂ ਸਾਰੀ ਉਮਰ ਉਹਨਾਂ ਦੀ ਸੇਵਾ ਵਿੱਚ ਲੰਘਾਈ ਸੀ। ਸੇਠ ਦੀ ਇੱਕ ਬੇਟੀ ਸੀ, ਉਹ ਵੀ ਇਕਲੌਤੀ, ਇਸ ਲਈ ਉਹ ਘਮੰਡੀ ਤੇ ਬਦਤਮੀਜ਼ ਸੀ। ਮੈਨੂੰ ਉਹ ਨੌਕਰ ਕਹਿ ਕੇ ਹੀ ਬੁਲਾਉਂਦੀ ਸੀ। ਚਲੋ, ਜਦ ਮੈਂ ਨੌਕਰ ਸੀ ਤਾਂ ਨਖਰੇ ਕੀ ਦਿਖਾਉਂਦਾ, ਪਰ ਜੇ ਗੱਲ ਇੱਥੋਂ ਤੱਕ ਹੀ ਰਹਿੰਦੀ ਤਾਂ ਠੀਕ ਸੀ।
ਹੈਰੀ ਦੀ ਤਨਖਾਹ ਵੀ ਚੰਗੀ ਸੀ। ਮੈਂ ਸੋਚਿਆ ਕਿ ਹੁਣ ਸਾਡੇ ਦਿਨ ਬਦਲ ਜਾਣਗੇ ਤੇ ਮੈਂ ਵੀ ਨੌਕਰੀ ਛੱਡ ਦਵਾਂਗਾ। ਜਿਹੜਾ ਵਕਤ ਮੈਂ ਜਵਾਨੀ ਵਿੱਚ ਆਪਣੀ ਘਰਵਾਲੀ ਨੂੰ ਨਹੀਂ ਦੇ ਸਕਿਆ, ਉਹ ਹੁਣ ਅਸੀਂ ਬੁਢਾਪੇ ਵਿੱਚ ਇਕੱਠੇ ਗੁਜ਼ਾਰ ਲਵਾਂਗੇ। ਹੈਰੀ ਦੀ ਪਹਿਲੀ ਤਨਖਾਹ ਆਈ ਤਾਂ ਮੈਂ ਆਪਣੇ ਸੇਠ ਨੂੰ ਕਿਹਾ ਕਿ ਮੈਨੂੰ ਹੁਣ ਨੌਕਰੀ ਤੋਂ ਛੁੱਟੀ ਚਾਹੀਦੀ ਹੈ। ਉਹ ਵੀ ਖੁਸ਼ੀ-ਖੁਸ਼ੀ ਮੰਨ ਗਏ। ਥੋੜ੍ਹੇ ਜਿਹੇ ਮਹੀਨੇ ਹੀ ਘਰ ਵਿੱਚ ਗੁਜ਼ਾਰੇ ਸਨ ਕਿ ਇੱਕ ਦਿਨ ਮੇਰੇ ਸੇਠ ਮੇਰੇ ਘਰ ਆਏ ਤੇ ਮੇਰੇ ਬੇਟੇ ਹੈਰੀ ਦਾ ਰਿਸ਼ਤਾ ਆਪਣੀ ਬੇਟੀ ਲਈ ਮੰਗਣ ਲੱਗੇ। ਮੈਂ ਹੈਰਾਨ ਹੋ ਗਿਆ। ਹੈਰੀ ਸੋਹਣਾ ਵੀ ਸੀ ਤੇ ਮਿਹਨਤੀ ਵੀ ਸੀ। ਹੋਰ ਸੇਠ ਨੂੰ ਕੀ ਚਾਹੀਦਾ ਸੀ? ਸਾਰੀ ਜ਼ਿੰਦਗੀ ਮੇਰੀ ਤਾਂ ਗੁਲਾਮੀ ਵਿੱਚ ਹੀ ਕੱਟ ਗਈ ਸੀ। ਹੁਣ ਉਹਨਾਂ ਨੂੰ ਹੈਰੀ ਦੀ ਗੁਲਾਮੀ ਚਾਹੀਦੀ ਸੀ। ਨਾਰਾਜ਼ ਬੇਟੀ ਜੇ ਕਿਸੇ ਦੂਸਰੇ ਘਰ ਵਿਦਾ ਹੋ ਕੇ ਜਾਂਦੀ ਤਾਂ 4 ਦਿਨ ਨਾ ਰਹਿ ਕੇ ਆਉਂਦੀ। ਇਸ ਲਈ ਹੈਰੀ ਨੂੰ ਫਸਾ ਲਿਆ ਤੇ ਮੇਰਾ ਬੇਟਾ ਵੀ ਦੌਲਤ ਨੂੰ ਦੇਖ ਕੇ ਹਵਾ ਵਿੱਚ ਉੱਡਣ ਲੱਗਾ। ਮੇਰੇ ਬਹੁਤ ਸਮਝਾਉਣ 'ਤੇ ਵੀ ਉਹ ਉਹਦੇ ਨਾਲ ਵਿਆਹ ਕਰਾਉਣ ਲਈ ਡਟਿਆ ਰਿਹਾ। ਫਿਰ ਮੈਨੂੰ ਹੀ ਬੇਟੇ ਦੀ ਖੁਸ਼ੀ ਲਈ ਝੁਕਣਾ ਪਿਆ। ਬਹੂ ਕੁਝ ਦਿਨ ਤਾਂ ਸਾਡੇ ਘਰ ਰਹੀ, ਫਿਰ ਹੈਰੀ ਨੂੰ ਆਪਣੇ ਨਾਲ ਹੀ ਲੈ ਗਈ। ਮੇਰੀ ਘਰਵਾਲੀ ਬਹੁਤ ਦੁਖੀ ਹੋਈ। ਮੈਂ ਉਸਨੂੰ ਸਮਝਾਇਆ ਕਿ ਬੇਟੀ ਦੀ ਆਪਣੀ ਜ਼ਿੰਦਗੀ ਹੈ, ਉਸ ਨੂੰ ਜੀਣ ਦਿਓ। ਉਹ ਕਹਿਣ ਲੱਗੀ ਕਿ ਮੈਂ ਵੀ ਤਾਂ ਆਪਣੀਆਂ ਖਵਾਇਸ਼ਾਂ ਨੂੰ ਮਿੱਟੀ ਵਿੱਚ ਪਾ ਕੇ ਹੈਰੀ ਦੀਆਂ ਖਵਾਇਸ਼ਾਂ ਨੂੰ ਪੂਰਾ ਕਰਨ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਦਿੱਤੀ। ਕੀ ਇਹ ਦਿਨ ਦੇਖਣ ਲਈ? ਮੈਂ ਕਿਹਾ ਉਹ ਆਪਣਾ ਫਰਜ਼ ਸੀ। ਹੁਣ ਉਹ ਬਿਮਾਰ ਰਹਿਣ ਲੱਗੀ ਸੀ। ਪਹਿਲਾਂ ਤਾਂ ਹੈਰੀ ਹਫ਼ਤੇ ਵਿੱਚ ਇੱਕ ਵਾਰ ਸਾਨੂੰ ਆਪਣਾ ਚਿਹਰਾ ਦਿਖਾ ਜਾਂਦਾ ਸੀ ਤੇ ਕੁਝ ਪੈਸੇ ਖਰਚੇ ਲਈ ਦੇ ਜਾਂਦਾ ਸੀ। ਫਿਰ ਹੌਲੀ-ਹੌਲੀ ਉਸਦਾ ਆਉਣਾ ਜਾਣਾ ਬੰਦ ਹੋ ਗਿਆ। ਹੁਣ ਉਹ ਸਾਨੂੰ ਖਰਚਾ ਵੀ ਨਹੀਂ ਦਿੰਦਾ ਸੀ। ਘਰ ਦਾ ਖਰਚਾ ਚਲਾਉਣ ਲਈ ਮੈਂ ਕਿਸੇ ਹੋਰ ਘਰ ਨੌਕਰੀ ਕਰ ਲਈ। ਮੇਰੀ ਘਰਵਾਲੀ ਦੀ ਜਵਾਨੀ ਵੀ ਮੇਰਾ ਇੰਤਜ਼ਾਰ ਕਰਦੇ-ਕਰਦੇ ਗੁਜ਼ਰੀ ਸੀ ਤੇ ਬੁਢਾਪਾ ਵੀ। ਜੇ ਮੈਨੂੰ ਥੋੜ੍ਹੀ ਜਿਹੀ ਦੇਰ ਹੋ ਜਾਂਦੀ ਤਾਂ ਦਰਵਾਜ਼ੇ ਮੂਹਰੇ ਖੜੀ ਮੇਰਾ ਇੰਤਜ਼ਾਰ ਕਰ ਰਹੀ ਹੁੰਦੀ ਤੇ ਇਹੀ ਇੰਤਜ਼ਾਰ ਉਸ ਦਾ ਇੱਕ ਦਿਨ ਕਬਰ ਵਿੱਚ ਬਦਲ ਗਿਆ। ਉਸ ਨੂੰ ਆਪਣੇ ਘਰ ਨਾਲ ਬਹੁਤ ਪਿਆਰ ਸੀ, ਇਸ ਲਈ ਮੈਂ ਉਸ ਨੂੰ ਕਿਤੇ ਨਹੀਂ ਜਾਣ ਦਿੱਤਾ ਤੇ ਇੱਥੇ ਹੀ ਵਿਹੜੇ ਵਿੱਚ ਦਫਨਾ ਦਿੱਤਾ। ਹੈਰੀ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਮੈਂ ਦਿਨ ਉੱਥੇ ਗੁਜ਼ਾਰਦਾ, ਪਰ ਰਾਤ ਨੂੰ ਮੈਨੂੰ ਲੱਗਦਾ ਕਿ ਅਮਰਕੌਰ ਘਰ ਵਿੱਚ ਇਕੱਲੀ ਹੈ। ਇਸ ਲਈ ਰਾਤ ਨੂੰ ਮੈਂ ਵਾਪਸ ਘਰ ਆ ਜਾਂਦਾ ਸੀ। ਹੈਰੀ ਨੇ ਕਦੇ ਮੈਨੂੰ ਆਪਣਾ ਬਾਪ ਸਮਝਿਆ ਹੀ ਨਹੀਂ। ਅੱਜ ਤੱਕ ਮੈਨੂੰ ਨੌਕਰ ਕਹਿ ਕੇ ਬੁਲਾਉਂਦਾ ਹੈ। ਅਮਰਕੌਰ ਨੂੰ ਅਗਰਬੱਤੀ ਦੀ ਖੁਸ਼ਬੂ ਬਹੁਤ ਪਸੰਦ ਹੈ, ਇਸ ਲਈ ਮੈਂ 10 ਰੁਪਏ ਦੀ ਅਗਰਬੱਤੀ ਲੈ ਆਉਂਦਾ ਹਾਂ। ਮੈਂ ਸੋਚਦਾ ਹਾਂ ਕਿ ਸਾਰੀ ਉਮਰ ਜਿਸ ਔਲਾਦ ਦੀ ਖੁਸ਼ੀ ਖਵਾਇਸ਼ਾਂ ਨੂੰ ਪੂਰਾ ਕਰਦੇ-ਕਰਦੇ ਗੁਜ਼ਾਰ ਦਿੱਤੀ, ਉਹਦੇ ਕੋਲ ਮੈਨੂੰ ਦੇਣ ਲਈ 2 ਵਕਤ ਦੀ ਰੋਟੀ ਨਹੀਂ ਹੈ। ਹੁਣ ਆਪਣੀ ਪਤਨੀ ਨੂੰ ਵਕਤ ਦੇਣ ਦਾ ਵਕਤ ਆਇਆ ਤਾਂ ਉਸ ਦਾ ਵਕਤ ਪੂਰਾ ਹੋ ਗਿਆ, ਪਰ ਫਿਰ ਵੀ ਉਸ ਕੋਲ ਮੌਜੂਦ ਹਾਂ, ਉਸ ਨਾਲ ਗੱਲਾਂ ਕਰਦਾ ਹਾਂ। ਮੈਨੂੰ ਆਪਣੀ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ। ਹੰਝੂ ਵਹਾਉਂਦੇ ਹੋਏ ਅਸੀਂ ਦੋਵੇਂ ਪਤੀ ਪਤਨੀ ਅੰਕਲ ਜੀ ਦੀਆਂ ਗੱਲਾਂ ਸੁਣ ਰਹੇ ਸੀ। ਇਹ ਕਿਹੋ ਜਿਹਾ ਜ਼ੁਲਮ ਸੀ ਜੋ ਐਡੇ ਵੱਡੇ ਘਰ ਵਿੱਚ ਨੌਕਰਾਂ ਦੀ ਕਮੀ ਸੀ ਤੇ ਇੱਕ ਆਪਣੇ ਸਸੁਰ ਦੀ ਵੀ ਸੇਵਾ ਨਹੀਂ ਕੀਤੀ ਜਾ ਸਕਦੀ ਸੀ। ਇਹ ਬਹੁਤ ਸ਼ਰਮਿੰਦਗੀ ਦੀ ਗੱਲ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਜੀ। ਧੰਨਵਾਦ ਜੀ।